ਮਾਣ ਦੀਏ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ, ਉਦੋਂ ਕੌਮ ਦਾ ਹੁੰਦਾ ਭਵਿੱਖ ਰੋਸ਼ਨ। ਹੁੰਦਾ ਬਲੀਦਾਨ ਜਦੋਂ ਬਲੀਦਾਨੀਆਂ ਦਾ। ਉਹ ਕੌਮਾਂ ਵਾਸਤੇ ਸੀਸ ਨੂੰ ਤਲੀ ਧਰਨਾ, ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ। ਜ਼ਾਲਮ ਜ਼ੁਲਮ ਕਮਾਉਣਗੇ ਜਦੋਂ ਤੀਕਰ ਕਿੱਸਾ ਚੱਲਦਾ ਰੂ ਕੁਰਬਾਨੀਆਂ ਦਾ। ਕਲਗੀ ਵਾਲਿਆ ਦਿਲਾਂ ਦੇ ਮਹਿਰਮਾ ਜੀ, ਉਪਮਾ ਕਿਸ ਤਰ੍ਹਾਂ ਕਰਾਂ ਬਿਆਨ ਤੇਰੀ। ਇਸ ਕਲਮਾ ਵਿਚਾਰੀ ਨੇ ਕੀ ਲਿਖਣਾ, ਦੁੱਖਾਂ ਭਰੀ ਦਾਤਾ ਦਾਸਤਾਨ ਤੇਰੀ। ਮਾਤਾ ਪਿਤਾ ਤੇ ਪੁੱਤਰ ਵੀ ਵਾਰ ਕੇ ਤੇ ਚੜ੍ਹਦੀ ਕਲਾ ਵਿੱਚ ਰਹਿਮ ਦੀ ਸ਼ਾਨ ਤੇਰੀ। ਰੱਖਿਆ ਸਦਾ ਮਜਲੂਮਾਂ ਦੀ ਰਹੀ ਕਰਦੀ, ਨੂਰੀ ਦਾਤਿਆ ਨੂਰੀ ਕਿਰਪਾਨ ਤੇਰੀ। ਸਿਫਤੀ ਦੇ ਮਾਲਕ ਦੀ ਕਰਕੇ ਸਿਫਤ ਹੋਈ ਦਾ ਗੋਰੇ। ਉਹ ਕੁਲਾਂ ਤਾਰ ਗਏ ਨੇ ਬਣ ਗਏ ਜੋ ਚਰਨਾਂ ਦੇ ਭੋਰੇ। ਨੰਦ ਲਾਲ ਗੁਰਾਂ ਵਾਂਗੂ ਉਸ ਦੇ ਜਲਵੇ ਵਿੱਚ ਸਮਾਉਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ। ਦੇ ਮਾਲਕ ਦੀ ਕਰਕੇ ਸਿਫਤ ਹੋਈ ਦਾ ਗੋਰੇ। ਉਹ ਕੁਲਾਂ ਤਾਰ ਗਏ ਨੇ ਬਣ ਗਏ ਜੋ ਚਰਨਾਂ ਦੇ ਭੋਰੇ। ਨੰਦ ਲਾਲ ਗੁਰਾਂ ਵਾਂਗੂ ਉਸ ਦੇ ਜਲਵੇ ਵਿੱਚ ਸਮਾਉਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ। ਨਿਗਰੇ ਹੋਏ ਭਾਰਤ ਦੀ ਤਾਕਤ ਧਸ ਗਈ ਵਿੱਚ ਰਸਾਤਲ। ਇਸਲਾਮੀ ਦਹਿਸ਼ਤ ਸੀ ਬਹੁਤੇ ਬਣੇ ਮੁਹੰਮਦੀ ਕਾਤਲ। ਬਿਨ ਦਸਵੇਂ ਪਾਤਸ਼ਾਹ ਦੇ ਸਾਨੂੰ ਕਿਨ ਸੀ ਗਲੇ ਲਗਾਉਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ। ਜ਼ਹਿਰੀਲੇ ਪੰਡਤ ਦਾ ਸੀ ਡੰਗ ਤੇਜ ਫਣੀ ਅਰ ਨਾਗੋਂ। ਹਾਲੇਮੀ ਹਮਦਰਦੀ ਪਤਾ ਨਹੀਂ ਉੱਡ ਗਈ ਕਿਧਰ ਦਿਮਾਗੋਂ। ਸਰਦਾਰ ਸੂਦਰਾਂ ਤੋਂ ਕਿਨ ਸੀ ਪ੍ਰੀਤਮ ਬਾਜ ਬੁਲਾਉਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ। ਭਾਰਤ ਦਾ ਬਾਦਸ਼ਾਹ ਰੱਖੇ ਰਈਅਤ ਨਾਲ ਸ਼ਰੀਕਾ। ਤਲਵਾਰ ਸ਼ਰੀਅਤ ਦੀ ਰੋਕੀ ਵਰਤ ਕੇ ਅਜਬ ਤਰੀਕਾ। ਹਿੰਦੂਆਂ ਦੀ ਢਾਲ ਜਗਾ ਲਾਇਆ ਬਾਪੂ ਦਾ ਸਿਰ ਸੋਹਣਾ। ਉਹ ਲਾਇਆ ਬਾਪੂ ਦਾ ਸਿਰ ਸੋਹਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ। ਪਹਿਲਾਂ ਵਰਤ ਲਏ ਫਾਰਮੂਲੇ, ਦੁੱਖ ਜੜ ਤੋਂ ਪੁੱਟਣ ਲਈ ਆਖਿਰ ਤੇਗ ਉਠਾ ਲਈ ਦੂਲੇ। ਹੁਣ ਜ਼ੁਲਮੀ ਰਾਜਿਆਂ ਦਾ ਆਖੇ ਤੀਰੀ ਹਾਰ ਪਰੋਣਾ, ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ।
ਮੱਥਾ ਲੱਖਾਂ ਤੇ ਭਾਰੂ ਸੀ ਉਸ ਦੇ ਪੰਜ ਵੀਰਾਂ ਦਾ ਜਥਾ ਫਿਰ ਸਿਆਸੀ ਤਾਕਤ ਦੇ ਮੱਥਾ ਬਾਦਸ਼ਾਹ ਨਾਲ ਲਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ 10 ਲੱਖ ਦੁਸ਼ਮਣ ਨਾ ਲੜ ਕੇ ਸਿੰਘ ਚੀਤਿਆਂ ਵਾਂਗੂ ਸੀ ਸਾਵੀਂ ਨੈਣਾ ਦੇ ਉੱਡ ਕੇ ਲਾਲ ਪੀਤਿਆਂ ਵਾਂਗੂ ਸਭ ਸ਼ੁਕਰ ਪ੍ਰਭੂ ਦਾ ਕਹਿ ਹੋ ਗਿਆ ਸਫਲ ਵੰਸ ਮਨਮੋਣਾ ਹੋ ਗਿਆ ਸਫਲ ਵੰਸ ਮਨਮੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਜੰਜੀਰਾਂ ਕੱਟਣ ਲਈ ਵਾਰੀ ਮਾਤ ਪਿਆਰੇ ਬੇਟੇ ਮਖਮਲਾ ਤਿਆਗ ਪ੍ਰਭੂ ਰੋੜਾ ਸੂਲਾ ਉੱਪਰ ਲੇਟੇ ਸੂਲ ਸਰਾਹੀ ਦੇ ਪਿਆਲੇ ਖੰਜਰ ਤੇ ਤਨਕੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਦੁੱਖ ਵੇਲੇ ਛੱਡ ਗਿਆ ਦੁੱਖ ਵੇਲੇ ਛੱਡ ਗਿਆ ਜੇ ਕੋਈ ਭੁੱਲ ਬਖਸ਼ਾਵਣ ਆਇਆ ਬੇਦਾਵਾ ਪਾੜ ਦਿੱਤਾ ਤੇਰਾ ਫੁੱਲ ਦਾਵਾ ਬਤਲਾਇਆ ਦੁੱਖ ਭਾਰਤ ਭੂਮੀ ਦਾ ਹਰ ਕੇ ਬੰਦ ਕਰਾਇਆ ਰੋਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਜੇ ਕਿਧਰੇ ਕਲਮ ਵੜੀ ਐਸੇ ਯਹੋਰ ਕਾਬ ਦੇ ਦਸੇ ਇਤਿਹਾਸ ਸਹਿਤ ਭਗਤੀ ਮੋਤੀ ਲੰਕਾਰਾਂ ਚੋਂ ਵਸੇ ਮਾਪਿਆਂ ਦੀ ਗੋਦੀ ਮੇ ਬੇਟਾ ਨਹੀਂ ਜਲ ਅਕਲ ਆਉਣਾ ਬੇਟਾ ਨਹੀਂ ਜਲ ਅਕਲ ਆਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਬਾਦਸ਼ਾਹ ਦੇ ਬੇਟੇ ਨੇ ਕੀਤੀ ਨਿਰਵੈਰ ਦੀ ਮੰਨਤ ਦੋਜ ਕਵਲ ਜਾਂਦੇ ਨੂੰ ਦਵਾ ਕੇ ਤਖਤ ਵਸਾਤੀ ਜੰਨਤ ਬਾਦਸ਼ਾਹ ਦੇ ਹੀਰੇ ਨੂੰ ਨਦੀ ਮੇ ਸੁੱਟ ਤਿਆਗ ਵਖਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਸ਼ਾਦਾਨੀ ਕਈ ਹੋਏ ਪਰ ਨਹੀਂ ਜਿਹਾ ਤਿਆਗੀ ਡਿਠਾ ਬੈਂਕਾ ਕੇ ਹਰ ਪੱਖ ਤੋਂ ਉਸ ਦਾ ਪਾਕ ਇਤਿਹਾਸਕ ਚਿੱਠਾ ਜਗਦੀਸ਼ ਸਿਮਰਿਏ ਜੇ ਔਲਖ ਮੁਕ ਜੇ ਆਵਾ ਗਾਉਣਾ ਔਲਖ ਮੁਕ ਜੇ ਆਵਾ ਗਾਉਣਾ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ ਪਰਮ ਸਤਿਕਾਰਯੋਗ ਖਾਲਸਾ ਜੀ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਰੀ ਵੱਲੋਂ ਆਰੰਭ ਕੀਤੀ ਹੋਈ ਧਾਰਮਿਕ ਪ੍ਰੋਗਰਾਮਾਂ ਦੀ ਇਹ ਲੜੀ ਜਿਸ ਨੂੰ ਲਾਈਵ ਟੈਲੀਕਾਸਟ ਚੈਨਲ ਪੰਜਾਬੀ ਰਾਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਸਦਕਾ ਆਪ ਜੀ ਦੇ ਰੂਬਰੂ ਕੀਤਾ ਜਾਂਦਾ ਹੈ। ਹੁਣੇ ਆਪ ਜੀ ਨੇ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਸਿੱਖ ਜਗਤ ਦੇ ਮਹਾਨ ਕਥਾਵਾਚਕ ਉਹਨਾਂ ਪਾਸੋਂ ਕੌਮ ਦੇ ਮਹਾਨ ਸ਼ਹੀਦ ਬਾਬਾ ਮਨੀ ਸਿੰਘ ਜੀ ਦੀ ਸ਼ਹਾਦਤ ਦੇ ਉਹ ਲਹੂ ਭਿੱਜੇ ਵਰਕੇ ਸਰਵਣ ਕੀਤੇ ਨੇ ਜਿਨ੍ਹਾਂ ਨੂੰ ਪੜ੍ਹ ਸੁਣ ਕੇ ਅੱਜ ਵੀ ਉਹਨਾਂ ਦੇ ਚਰਨਾਂ ਵਿੱਚ ਸਿਰ ਝੁਕ ਜਾਂਦਾ ਹੈ। ਉਹਨਾਂ ਤੋਂ ਪਹਿਲਾਂ ਆਪ ਜੀ ਨੇ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਹੋਣਾ ਪਾਸੋਂ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਕਵੀਸ਼ਰੀ ਦੇ ਮਾਧਿਅਮ ਰਾਹੀਂ ਆਪ ਜੀ ਨਾਲ ਇੱਕ ਯੋਧੇ ਜਰਨੈਲ ਦਾ ਇਤਿਹਾਸ ਸਾਂਝਾ ਕੀਤਾ ਜਾ ਸਕੇ। ਇਸ ਕਰਕੇ ਆਪ ਜੀ ਅਸੀਸ ਦਿਓ, ਕਿਰਪਾ ਕਰੋ। ਸਰਬੱਤ ਮਾਈ ਭਾਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਸ਼ੱਕ ਨਹੀਂ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦਾ ਹੈ ਔਰ ਇਤਿਹਾਸ ਤੋਂ ਬਿਨਾਂ ਕੌਮਾਂ ਵੱਡੀ ਗਿਣਤੀ ਵਿੱਚ ਹੁੰਦੀਆਂ ਹੋਈਆਂ ਵੀ ਮਰ ਮਿਟ ਜਾਇਆ ਕਰਦੀਆਂ ਨੇ, ਆਪਣੀ ਹੋਂਦ ਗਵਾ ਲਿਆ ਕਰਦੀਆਂ ਨੇ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਸਰਹੰਦ ਫਤਿਹ। ਭਾਵੇਂ ਪ੍ਰੋਗਰਾਮਾਂ ਦੀ ਜਿਹੜੀ ਲੜੀ ਚੱਲ ਰਹੀ ਸੀ ਉਹਦੇ ਮੁਤਾਬਕ ਕੱਲ ਆਪਾਂ
ਮੁਕਤਸਰ ਦੀ ਜੰਗ ਦਾ ਪਹਿਲਾ ਸੀਨ ਵੇਖਿਆ ਸੀ, ਪਰ ਕਈ ਵਾਰੀ ਤਰੀਕਾਂ ਇਸ ਤਰ੍ਹਾਂ ਦੀਆਂ ਆ ਜਾਂਦੀਆਂ ਨੇ ਜਿਨ੍ਹਾਂ ਦੇ ਉੱਤੇ ਬੋਲਣਾ ਬੜਾ ਜ਼ਰੂਰੀ ਹੋ ਜਾਂਦਾ ਹੈ। ਸੋ ਉਹਨਾਂ ਸਰਹੰਦ ਫਤਿਹ ਯਾਨੀ ਸਿੱਖ ਇਤਿਹਾਸ ਦਾ ਉਹ ਹਿੱਸਾ ਜਿਸ ਨੇ ਖਾਲਸਾ ਰਾਜ ਦੀ ਸਲਤਨਤ ਪੈਦਾ ਕੀਤੀ। ਬੰਦਾ ਸਿੰਘ ਬਹਾਦਰ ਦੁਨੀਆ ਦਾ ਉਹ ਮਹਾਨ ਜਰਨੈਲ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸ਼ੋਅ ਪ੍ਰਾਪਤ ਕਰਕੇ ਖੰਡੇ ਬਾਟੇ ਦੀ ਸ਼ਕਤੀ ਨਾਲ ਜੁੜ ਕੇ ਦੁਨੀਆ ਦੇ ਇਤਿਹਾਸ ਵਿੱਚ ਇੱਕ ਕਰਾਮਾਤ, ਇੱਕ ਕ੍ਰਿਸ਼ਮਾ ਹੋ ਨਿਬੜਿਆ। ਬੜੇ ਰੌਚਕ ਪੱਖ ਹੁੰਦੇ ਨੇ ਕਈ ਵਾਰੀ ਹਿਸਟਰੀ ਦੇ ਇਤਿਹਾਸ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ 4 ਸਾਲ ਬਾਅਦ ਇਹਦਾ ਜਨਮ ਹੁੰਦਾ ਹੈ 1670 ਈਸਵੀ ਵਿੱਚ, ਔਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ 1666 ਈਸਵੀ ਦਾ ਹੈ। ਮਹਾਰਾਜ ਜਦ ਪਟਨੇ ਤੋਂ ਪੰਜਾਬ ਦੀ ਧਰਤੀ ਤੇ ਆਉਂਦੇ ਨੇ, ਇਸ ਸਮੇਂ ਤੋਂ ਥੋੜਾ ਸਮਾਂ ਬਾਅਦ ਇਹ ਪੰਜਾਬ ਦੀ ਧਰਤੀ ਨੂੰ ਛੱਡ ਕੇ ਤੀਰਥ ਯਾਤਰਾ ਤੇ ਨਿਕਲ ਜਾਂਦਾ ਹੈ। ਇਹਦੇ ਬਚਪਨ ਦਾ ਨਾਮ ਹੈ ਲਛਮਣ ਦਾਸ ਭਾਰਤਵਾਜ। ਰਾਜਪੂਤ ਘਰਾਣੇ ਅੰਦਰ ਪੈਦਾ ਹੋਇਆ ਔਰ 15 ਸਾਲ ਦੀ ਉਮਰ ਵਿੱਚ ਸ਼ਿਕਾਰ ਖੇਡਦਿਆਂ ਹਿਰਨੀ ਦਾ ਸ਼ਿਕਾਰ ਕੀਤਾ। ਤੜਫ ਤੜਫ ਕੇ ਮਰਦੇ ਬੱਚਿਆਂ ਨੂੰ ਵੇਖ ਕੇ ਆਤਮਾ ਦਰਵ ਗਈ। ਤੀਰ ਤੋੜ ਕੇ ਕਮਾਨ ਭੰਨ ਕੇ ਔਰ ਸਦਾ ਵਾਸਤੇ ਸ਼ਿਕਾਰ ਦਾ ਸ਼ੌਂਕ ਤਿਆਗ ਕੇ ਜਾਨਕੀ ਦਾਸ ਦਾ ਚੇਲਾ ਬਣ ਕੇ ਰਿਧੀਆਂ ਸਿੱਧੀਆਂ ਤੇ ਤੰਤਰਾਂ ਮੰਤਰਾਂ ਦੀ ਦੁਨੀਆ ਵਿੱਚ ਭਰਮਦਾ ਹੋਇਆ ਇਹ ਨੰਦੇੜ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ। ਇਤਿਹਾਸ ਕਹਿੰਦਾ 1692 ਵਿੱਚ ਇਹਨੇ ਇੱਥੇ ਪੈਰ ਟਿਕਾਇਆ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਮਿਲਾਪ ਤੱਕ 16 ਸਾਲ ਦੇ ਸਮੇਂ ਵਿੱਚ ਇਹਨੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਔਰ ਜੱਟ ਸੱਤ ਦਾ ਪੱਕਾ ਸੀ, ਨਾਮ ਸਿਮਰਨ ਅਭਿਆਸ ਵਾਲਾ ਸੀ, ਬਹੁਤ ਦੂਰ ਤੱਕ ਇਹਦੀ ਚਰਚਾ ਸੀ। ਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੇ ਮਾਧੋ ਦਾਸ ਦਾ ਮਿਲਾਪ ਸੰਗਮ ਇੱਕ ਐਸਾ ਇਤਿਹਾਸਕ ਅਲੌਕਿਕ ਵਰਤਾਰਾ ਹੈ ਜਿਹਦੇ ਵਿੱਚੋਂ ਖਾਲਸਾ ਰਾਜ ਦਾ ਝੂਲਦਾ ਹੋਇਆ ਪੰਚਮ ਦਿਖਾਈ ਦਿੰਦਾ ਹੈ। ਕੋਈ ਸੁਪਨਾ ਵੀ ਨਹੀਂ ਸੀ ਲੈ ਸਕਦਾ ਕਿ 1704 ਵਿੱਚ ਜਿਸ ਸਰਹੰਦ ਦੀ ਧਰਤੀ ਉੱਤੇ ਨਿੱਕੇ ਨਿੱਕੇ ਸਾਹਿਬਜ਼ਾਦੇ ਕੋ ਕੇ ਸ਼ਹੀਦ ਕਰ ਦਿੱਤੇ ਜਾਣ, ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਵੇ ਤੇ 6 ਸਾਲ ਬਾਅਦ ਹੀ ਕੋਈ ਮਰਦ ਉੱਠੇ ਤੇ ਉੱਥੇ ਖਾਲਸਾ ਰਾਜ ਦਾ ਝੰਡਾ ਚਲਾ ਦੇਵੇ। ਇਹਨੂੰ ਇਤਿਹਾਸ ਦੀ ਕਰਾਮਾਤ ਵਜੋਂ ਵੇਖਿਆ ਜਾਂਦਾ ਹੈ, ਇੱਕ ਜਜ਼ਬੇ ਵਜੋਂ ਵੇਖਿਆ ਜਾਂਦਾ ਹੈ। ਸਭ ਤੋਂ ਵੱਡੀ ਗੱਲ ਉਸ ਵਕਤ ਮੁਗਲ ਸਲਤਨਤ ਬਹੁਤ ਵੱਡੇ ਘੇਰੇ ਨੂੰ ਘੇਰ ਕੇ ਇੱਕ ਵੱਡੇ ਰਾਜ ਭਾਗ ਦੀ ਮਾਲਕ ਸੀ ਔਰ ਸ਼ਹਿਜ਼ਾਦਾ ਮੁਅੱਜ਼ਮ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਅਮਦਾਦ ਨਾਲ ਹਿੰਦੁਸਤਾਨ ਤੇ ਤਖਤ ਤੇ ਬਹਿੰਦਾ ਹੈ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮਿਲਾਪ ਕਿਵੇਂ ਹੋਇਆ ਔਰ ਉਹ ਆਪਣਾ ਤਖੱਲਸ ਰੱਖਦਾ ਹੈ ਬਹਾਦਰ ਸ਼ਾਹ ਤੋਂ ਦੱਖਣ ਦੀ ਯਾਤਰਾ ਦੌਰਾਨ ਮਹਾਰਾਜ ਜਦੋਂ ਨੂੰ ਬਾਦਸ਼ਾਹ ਬਣਾ ਦਿੰਦੇ ਨੇ ਤੇ 2-3 ਵਾਰ ਉਹਦੇ ਨਾਲ ਉਹ ਵਿਚਾਰ ਸਾਂਝੀ ਕਰਦੇ ਨੇ ਕਿ ਤੂੰ ਹਿੰਦੁਸਤਾਨ ਦਾ ਤਖਤ ਸੰਭਾਲਣ ਲੱਗਿਆ ਕੁਝ ਵਾਅਦੇ ਕੀਤੇ ਸੀ, ਪਰ ਯਾਦ ਰੱਖੋ ਖਾਲਸਾ ਜੀ ਰਾਜਨੀਤੀ ਦਾ ਇਹ ਸੁਭਾਅ ਹੁੰਦਾ ਹੈ, ਜਦ ਤੇ ਸੱਤਾ ਤੋਂ ਲਾਂਭੇ ਹੋਵੇ ਲੀਡਰ ਉਦੋਂ ਇਹਦਾ ਵੇਖਣ ਚਾਖਣ ਦਾ ਤਰੀਕਾ ਕੁਝ ਹੋਰ ਹੁੰਦਾ ਹੈ। ਜਦੋਂ ਤਾਕਤ ਆ ਜਾਏ ਫਿਰ ਵਾਅਦੇ ਪੂਰੇ ਕਰਨੇ ਮੁਨਾਸਬ ਨਹੀਂ ਸਮਝੇ ਜਾਂਦੇ। ਸੱਚੇ ਪਾਤਸ਼ਾਹ ਮਹਾਰਾਜ ਦੀ ਗੱਲ ਵੱਲ ਉਹਨੇ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ। ਇੱਕ ਪੜਾਅ ਤੇ ਜਾ ਕੇ ਸਮਰੱਥ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਹ ਕਹਿਣ ਲੱਗੇ, ਸ਼ਹਿਜ਼ਾਦਾ ਮੁਅੱਜ਼ਮ ਤੂੰ ਆਪਣੇ ਵਾਅਦਿਆਂ ਤੋਂ ਮੁੱਕਰ ਗਿਆ ਹੈ, ਪਰ ਯਾਦ ਰੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲਾਂ ਵਿੱਚ ਇੰਨੀ ਤਾਕਤ ਹੈ, ਉਹ ਸਮੁੰਦਰ ਦੀਆਂ ਲਹਿਰਾਂ ਵਿੱਚ ਅੱਗ ਲਾਉਣ ਦੀ ਸਮਰੱਥਾ ਰੱਖਦੇ ਹੈ। ਜਿਹੜਾ ਕੰਮ ਦੁਨੀਆ ਦੇ ਵੱਡੇ ਵੱਡੇ ਜਰਨੈਲ ਨਹੀਂ ਕਰ ਸਕਦੇ ਉਹ ਕੰਮ ਇੱਕ ਸਾਧ ਦੇ ਮੋਢੇ ਤੇ ਹੱਥ ਰੱਖ ਕੇ ਕਰਾ ਦੇਣਗੇ। ਔਰ ਗੁਰਦੇਵ ਪਾਤਸ਼ਾਹ ਮਹਾਰਾਜ ਨੰਦੇੜ ਜਾਂਦੇ ਨੇ। ਕਿੰਨੀ ਸਵਾਦਲੀ ਗੱਲ ਹੈ ਕਿ 4 ਸਤੰਬਰ 1708 ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੰਦੇੜ ਜਾਂਦੇ ਨੇ ਤੇ 6-7 ਅਕਤੂਬਰ ਦੀ ਵਿਚਕਾਰਲੀ ਰਾਤ ਤੋਂ ਜੋਤੀ ਜੋਤ ਸਮਾ ਜਾਂਦੇ ਨੇ
1 ਮਹੀਨੇ ਦੇ ਅੰਦਰ ਉਹਨਾਂ ਦੀ ਅੱਖ ਇੱਕ ਐਸੇ ਬੰਦੇ ਨੂੰ ਢੂੰਡ ਲੈਂਦੀ ਹੈ ਜਿਹਦੀਆਂ ਬਾਹਾਂ ਦੇ ਵਿੱਚ ਇਹਨਾਂ ਬਲ ਭਰ ਦਿੰਦੇ ਮਹਾਰਾਜ। ਉਹ ਮੁਗਲ ਸਲਤਨਤ ਦੇ ਬਣਾਏ ਹੋਏ ਮਹਿਲ ਮਾੜੀਆਂ ਖੰਡਰਾਤ ਕਰਕੇ ਰੱਖ ਦਿੰਦਾ ਹੈ ਤੇ ਉਹਨਾਂ ਖੰਡਰਾਤਾਂ ਤੇ ਕੇਸਰੀ ਨਿਸ਼ਾਨ ਚਲਾ ਦਿੰਦਾ ਹੈ ਤੇ ਉੱਥੋਂ ਆਵਾਜ਼ ਆਉਣ ਲੱਗ ਪੈਂਦੀ ਹੈ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਮਲਾਪ ਬੜਾ ਅਨੋਖਾ ਸੀ ਔਰ ਹੂ ਬਹੂ ਅਮਰਨਾਮੇ ਦਾ ਲਖਾਰੀ ਨਾਲ ਸੀ, ਸ੍ਰੀ ਗੁਰੂ ਸੋਭਾ ਦਾ ਲਖਾਰੀ ਸੈਨਾਪਤੀ ਨਾਲ ਸੀ। 5 ਪਿਆਰਿਆਂ ਚੋਂ 2 ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਨਾਲ ਸਨ। ਭਾਈ ਬਾਜ ਸਿੰਘ, ਭਾਈ ਵਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਰਣ ਸਿੰਘ, ਭਾਈ ਅਮਰ ਸਿੰਘ ਇਤ ਆਦਿਕ ਤੇ ਸਤਿਕਾਰਯੋਗ ਮਾਤਾ ਭਾਗੋ ਜੀ। ਇਹ ਸਾਰਾ ਦਲ ਪੰਥ ਨੰਦੇੜ ਜਾਂਦਾ ਹੈ ਔਰ ਉਸ ਦਿਨ ਸੂਰਜ ਨੂੰ ਗ੍ਰਹਿਣ ਲੱਗਾ ਹੁੰਦਾ, ਬੁੱਧਵਾਰ ਦਾ ਦਿਨ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੀ ਵੇਖਦੇ ਨੇ, ਇਹਦੇ ਆਸ਼ਰਮ ਦੇ ਵਿੱਚ ਕੁਝ ਚੇਲੇ ਨੇ ਤੇ ਆਸ਼ਰਮ ਦਾ ਮਾਲਕ ਗੋਦਾਵਰੀ ਦੇ ਨਦੀ ਦੇ ਕੰਢੇ ਤੇ ਬਹਿ ਕੇ ਸੂਰਜ ਗ੍ਰਹਿਣ ਦੌਰਾਨ ਆਪਣੀ ਤਾਂਤਰਿਕ ਵਿਦਿਆ ਨੂੰ ਹੋਰ ਪ੍ਰਚੰਡ ਕਰਨ ਵਾਸਤੇ ਜਪ ਤਪ ਕਰ ਰਿਹਾ ਹੈ। ਮਹਾਰਾਜ ਸਾਹਿਬ ਸਭਾਏ ਦੇ ਡੇਰੇ ਜਾ ਕੇ ਇਹਦੇ ਪਲੰਘ ਤੇ ਬੈਠ ਜਾਂਦੇ ਨੇ। ਗੁਰੂ ਕੇ ਸਿੰਘ ਲੰਗਰ ਪ੍ਰਸ਼ਾਦ ਤਿਆਰ ਕਰਨ ਲੱਗ ਪੈਂਦੇ ਨੇ ਔਰ ਇਹਦੇ 2 ਚੇਲੇ ਮਾਧੋ ਦਾਸ ਦੇ ਉਹ ਜਾ ਕੇ ਮਾਧੋ ਦਾਸ ਕੋਲ ਪਹੁੰਚ ਜਾਂਦੇ ਨੇ। ਮਾਧੋ ਦਾਸ ਨੂੰ ਹਿਲਾ ਕੇ ਸਮਾਧੀ ਚੋਂ ਉਹ ਕਹਿੰਦੇ ਨੇ, ਬਾਬਾ ਜੀ ਤੁਹਾਡੇ ਡੇਰੇ ਉੱਤੇ ਇੱਕ ਹੋਰ ਮਹਾਂਪੁਰਖ ਦਾ ਕਬਜ਼ਾ ਹੋ ਗਿਆ ਹੈ। ਉਹ ਸ਼ਸਤਰਧਾਰੀ ਲੋਕ ਨੇ, ਉਹਨਾਂ ਨੇ ਉੱਥੇ ਬਾਗ ਬਗੀਚੀਆਂ ਤੁਹਾਡੇ ਉਜਾੜ ਦਿੱਤੇ ਨੇ ਤੇ ਸਭ ਤੋਂ ਵੱਡੀ ਗੱਲ ਆਸ਼ਰਮ ਦੀ ਧਰਮਸ਼ਾਲਾ ਦੀ ਤੁਹਾਡੇ ਡੇਰੇ ਦੀ ਮਰਜ਼ਾਦਾ ਭੰਗ ਕਰ ਦਿੱਤੀ ਹੈ ਔਰ ਤੁਹਾਡੇ ਪਲੰਘ ਉੱਤੇ ਉਹਨਾਂ ਦਾ ਮਹਾਤਮਾ ਬਹਿ ਗਿਆ ਹੈ ਤੇ ਅਸੀਂ ਰੋਕਣ ਦਾ ਯਤਨ ਕੀਤਾ ਹੈ ਪਰ ਉਹ ਨਹੀਂ ਰੁਕੇ। ਤਾਂ ਮਾਧੋ ਦਾਸ ਬੜਾ ਹੈਰਾਨ ਹੋਇਆ ਔਰ ਅੰਤਰ ਧਿਆਨ ਹੋ ਕੇ ਆਪਣੇ ਆਪ ਨੂੰ ਪੁੱਛਦਾ ਹੈ, ਉਹ ਕਿਹੜੀ ਸ਼ਕਤੀ ਹੋ ਸਕਦੀ ਹੈ ਜਿਹੜੀ ਇਸ ਤਰ੍ਹਾਂ ਮਾਰੋ ਮਾਰ ਕਰਦੀ ਆਈ ਹੈ ਔਰ ਆਉਂਦੇ ਮੇਰੇ ਡੇਰੇ ਤੇ ਕਬਜ਼ਾ ਕਰਕੇ ਉਹਨਾਂ ਨੇ ਮੇਰੇ ਪਲੰਘ ਤੇ ਆਸਣ ਲਾ ਲਿਆ। ਉਹ ਚੇਲਿਆਂ ਨੂੰ ਪੁੱਛਦਾ ਹੈ, ਮੈਨੂੰ ਇਹ ਦੱਸੋ ਕਿਸ ਤਰ੍ਹਾਂ ਦਾ ਉਹ ਮਹਾਂਪੁਰਖ ਹੈ, ਉਹਦੀ ਲੈਂਗੁਏਜ, ਉਹਦੀ ਬੋਲੀ, ਉਹਦੀ ਭਾਸ਼ਾ ਕੀ ਹੈ, ਉਹਦਾ ਲਿਬਾਸ ਕੀ ਹੈ, ਕਿਸ ਸੰਪਰਦਾ ਨਾਲ ਸੰਬੰਧ ਰੱਖਦਾ, ਕੋਈ ਦੱਸ ਸਕਦੇ ਹੋ? ਉਹਨਾਂ ਆਖਿਆ, ਬਾਬਾ ਜੇ ਝੂਠ ਨਾ ਬੋਲੀਏ ਤੇ ਸੱਚੀ ਗੱਲ ਇਹ ਹੈ ਕਿ ਸਾਡੀਆਂ ਅੱਖਾਂ ਨੇ ਇਸ ਤਰ੍ਹਾਂ ਦਾ ਸ਼ਹਿਨशाह ਮਹਾਂਪੁਰਖ ਮਹਾਂਬਲੀ ਯੋਧਾ ਵੀਰ ਪ੍ਰਤਾਪੀ ਪਹਿਲੀ ਵਾਰੀ ਵੇਖਿਆ। ਆਖੋ ਸਤਨਾਮ। ਔਰ ਜਿਹਦੇ ਚਿਹਰੇ ਦਾ ਤਾਬ ਨਹੀਂ ਝੱਲਿਆ ਜਾਂਦਾ, ਲੰਬਾ ਚੌੜਾ ਹੈ, ਗਾਤਰੇ ਤਲਵਾਰ ਹੈ, ਮੋਢੇ ਤੀਰਾਂ ਦਾ ਪੱਥਾ ਹੈ, ਤਿੱਖੇ ਤਿੱਖੇ ਨੈਣ ਨਕਸ਼, ਪ੍ਰਕਾਸ਼ ਦਾੜਾ, ਕਮਾਨ ਵਰਗੀਆਂ ਸੇਲੀਆਂ, ਚੌੜਾ ਮੱਥਾ, ਸੋਹਣੀ ਦਸਤਾਰ, ਦਸਤਾਰ ਤੇ ਚੱਕਰ, ਚੱਕਰਾਂ ਤੇ ਕਲਗੀ। ਇੰਜ ਲੱਗਦਾ ਜਿਵੇਂ ਸਾਰੀ ਦੁਨੀਆ ਦੀ ਹੁਸਨ ਤੇ ਸੁੰਦਰਤਾ ਉਹਦੇ ਚਰਨਾਂ ਤੇ ਝੁਕ ਝੁਕ ਕੇ ਨਮਸਕਾਰ ਕਰਦੇ ਹੈ। ਐਵੇਂ ਕਿਤੇ ਪਹਿਲਿਆਂ ਦੇ ਭੁਲੇਖੇ ਨਾ ਚਲਿਆ ਜਾਏ। ਅੱਜ ਜਿਹੜਾ ਤੇਰੇ ਪਲੰਘ ਉੱਤੇ ਬੈਠਾ ਹੈ ਉਹ ਤੇ ਕੋਈ ਦੀਨ ਦੁਨੀਆ ਦਾ ਮਾਲਕ ਲੱਗਦਾ ਹੈ। ਆਓ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਾਹਰਲੀ ਸ਼ਾਨ, ਉਹਨਾਂ ਦਾ ਰੂਹਾਨੀਅਤ ਪ੍ਰਤਾਪ ਤੱਕ ਕੇ ਇਸ ਮਾਧੋ ਦਾਸ ਬਰਾਗੀ ਦੇ ਦੋਵੇਂ ਚੇਲੇ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਆਪਣੇ ਵਿਚਾਰ ਰੱਖਦੇ ਨੇ ਔਰ ਆਪਣੀ ਗੱਲ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਅਜ਼ਮਤ ਨੂੰ ਸਿੱਧ ਕਰਦੇ ਨੇ, ਉਸ ਵਕਤ ਦੀ ਤਸਵੀਰ ਨੂੰ ਇੱਕ ਵਾਰ ਰਾਹੀਂ ਕਵੀਸ਼ਰ ਭਾਗੋਵਾਲੀਆਂ ਦਾ ਕਵੀਸ਼ਰੀ ਜਥਾ ਇਹਨਾਂ ਸ਼ਬਦਾਂ ਨਾਲ ਇਉਂ ਬੇਨਤੀ ਕਰ ਰਿਹਾ ਹੈ। ਆਖੜ ਚੇਲੇ ਮਾਧੋ ਦਾਸ ਦੇ ਸਾਡੀ ਸੁਣ ਸੱਚੀ ਸਰਕਾਰ, ਪਾਣਾ ਵਰਤਿਆ ਵੇਖ ਅਜੀਬ ਕੀ, ਪਾਣਾ ਵਰਤਿਆ ਵੇਖ ਅਜੀਬ ਕੀ, ਜਾ ਕੇ ਲੈ ਡੇਰੇ ਦੀ ਸਾਰ, ਤੇਰੇ ਆਸਣ ਉੱਤੇ ਬਹਿ ਗਿਆ। ਆਖੜ ਚੇਲੇ ਮਾਧੋ ਦਾਸ ਦੇ ਸਾਡੀ ਸੁਣ ਸੱਚੀ ਸਰਕਾਰ, ਪਾਣਾ ਵਰਤਿਆ ਵੇਖ ਅਜੀਬ ਕੀ, ਪਾਣਾ ਵਰਤਿਆ ਵੇਖ ਅਜੀਬ ਕੀ, ਜਾ ਕੇ ਲੈ ਡੇਰੇ ਦੀ ਸਾਰ, ਤੇਰੇ ਆਸਣ ਉੱਤੇ ਬਹਿ ਗਿਆ। ਆਸਣ ਉੱਤੇ ਬਹਿ ਗਿਆ, ਕੋਈ ਆਣ ਚੌਂਕੜਾ ਮਾਰ, ਚਿਹਰਾ ਸੂਰਜ ਵਾਂਗੂ ਚਮਕਦਾ, ਚਿਹਰਾ ਸੂਰਜ ਵਾਂਗੂ ਚਮਕਦਾ, ਤਿੱਖਾ ਨੱਕ ਖੰਡੇ ਦੀ ਧਾਰ, ਨੈਣੀ ਦੇ ਸਦੀ ਝਲਕ ਪਿਆਰ ਦੀ।
ਐਸਾ ਸਾਧ ਅੱਗੇ ਨਹੀਂ ਵੇਖਿਆ ਐਸਾ ਸਾਧ ਅੱਗੇ ਨਾ ਵੇਖਿਆ ਜੋ ਦਾ ਜੰਗੀ ਹੋਏ ਸਵਾਰ ਚੇਲੇ ਉਸ ਦੇ ਮਰਦ ਜਵਾਨ ਨੇ ਉਸ ਦੇ ਮਰਦ ਜਵਾਨ ਨੇ ਅਣਖੀ ਵੀਰ ਬਲੀ ਬਲਕਾਰ ਭਰਵੇਂ ਦਾੜੇ ਮੁੱਛਾਂ ਕੁੰਡੀਆਂ ਭਰਵੇਂ ਦਾੜੇ ਮੁੱਛਾਂ ਕੁੰਡੀਆਂ ਹੋ ਭਰਵੇਂ ਦਾੜੇ ਮੁੱਛਾਂ ਕੁੰਡੀਆਂ ਸਭਨਾ ਕੋਲ ਜੰਗੀ ਹਥਿਆਰ ਸਾਨੂੰ ਘੂਰ ਘੂਰ ਕੇ ਵੇਖਦੇ ਕੂਰ ਕੂਰ ਕੇ ਵੇਖਦੇ ਨੇਤਰ ਲਾਲ ਜਿਵੇਂ ਅੰਗਿਆਰ ਉਹਨਾਂ ਇੱਕ ਇੱਕ ਕਰਕੇ ਵੱਢਦੇ ਇੱਕ ਕਰਕੇ ਵੱਢਦੇ ਜਾਨਵਰ ਭੇਟ ਚੜੇ ਦਰਬਾਰ ਕਰਕੇ ਭੰਗ ਮਰਿਆਦਾ ਅਸਾਂ ਦੀ ਭੰਗ ਮਰਜਾਦਾ ਅਸਾਂ ਦੀ ਆਪੇ ਬਣ ਗਿਆ ਖੁਦ ਮੁਖਤਿਆਰ ਇਹ ਕੀ ਗਜਬ ਖੁਦਾ ਦਾ ਹੋ ਗਿਆ ਕੀ ਗਜਬ ਖੁਦਾ ਦਾ ਹੋ ਗਿਆ ਸਾਡੀ ਗੱਲ ਸਮਝ ਤੋਂ ਬਾਹਰ ਉਹ ਤਾਂ ਕਬਜ਼ਾ ਕਰਕੇ ਬਹਿ ਗਿਆ ਕਬਜ਼ਾ ਕਰਕੇ ਬਹਿ ਗਿਆ ਉਹ ਤਾਂ ਕਬਜ਼ਾ ਕਰਕੇ ਬਹਿ ਗਿਆ ਸਾਡਾ ਦਿਲ ਚੋਂ ਖੌਫ ਵਸਾਰ ਸਾਡਾ ਸਭ ਕੁਝ ਖੂਹ ਵਿੱਚ ਪੈ ਗਿਆ ਸਾਡਾ ਸਭ ਕੁਝ ਖੂਹ ਵਿੱਚ ਪੈ ਗਿਆ ਕੀਤੀ ਭਗਤੀ ਪਰ ਉਪਕਾਰ ਤੁਹਾਡੀ ਅਜ਼ਮਤ ਉੱਤੇ ਦਾਗ ਹੈ ਸਾਡੀ ਅਜ਼ਮਤੀ ਉੱਤੇ ਦਾਗ ਹੈ ਡੂੰਗੀ ਦਿਲ ਨਾਲ ਕਰੋ ਵਿਚਾਰ ਉਹਨੂੰ ਈਨ ਮਨਾਈਏ ਆਪਣੀ ਉਹਨੂੰ ਇਲਮ ਮਨਾਈਏ ਆਪਣੀ ਕਰਕੇ ਕਰਾਮਾਤ ਦਾ ਵਾਰ ਭਾਗੋ ਵਾਇਆ ਅੱਗੇ ਵੇਖ ਤੋਂ ਉਹ ਵਾਲੀਆ ਅੱਗੇ ਵੇਖ ਤੂੰ ਕਰਦੇ ਕੀ ਕੋਜੀ ਅਵਤਾਰ ਆਖਣ ਚੇਲੇ ਮਾਰੋ ਦਾਸ ਦੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਦੇਸ਼ ਦੀ ਕਿਸ ਨੁੱਕਰ ਤੋਂ ਉਸ ਮਰਦ ਮੈਦਾਨ ਦੀ ਚੋਣ ਕੀਤੀ। ਚੇਲਿਆਂ ਦੀ ਗੱਲ ਸੁਣ ਕੇ ਮਾਧੋ ਦਾਸ ਥੋੜਾ ਰੁਕਿਆ, ਆਪਣੀ ਆਤਮਾ ਨਾਲ ਆਪ ਗੱਲਾਂ ਕਰਦਾ ਹੈ। ਕਹਿੰਦਾ ਮਿੱਤਰਾ ਇਹ ਗੱਲ ਤਾਂ ਪੱਕੀ ਹੈ, ਜਿਹੜਾ ਇਸ ਤਰ੍ਹਾਂ ਦਾ ਮਨੁੱਖ ਹੈ, ਜਿਹੜਾ ਇਸ ਤਰ੍ਹਾਂ ਦਾ ਮਹਾਂਪੁਰਖ ਹੈ, ਉਹ ਕੋਈ ਪੂਰਾ ਜਪੀ ਤਪੀ ਹੋਵੇਗਾ, ਕੋਈ ਕਾਮਲ ਮੁਰਸ਼ਿਦ ਹੀ ਹੋਵੇਗਾ ਜਿਸ ਨੇ ਤੇਰੇ ਪਲੰਘ ਉੱਤੇ ਬੈਠਣ ਦੀ ਯੁਰਤ ਕੀਤੀ ਹੈ। ਪਰ ਜੇ ਤੂੰ ਉਹਨੂੰ ਆਪਣੀਆਂ ਸ਼ਕਤੀਆਂ ਨਾ ਦਿਖਾਵੇਂ ਤੇ ਤੇਰੀਆਂ ਰਿੱਧੀਆਂ ਸਿੱਧੀਆਂ ਦੇ ਉੱਤੇ ਸ਼ੱਕ ਕੀਤਾ ਜਾ ਸਕਦਾ ਹੈ। ਇਸ ਕਰਕੇ ਜਾਂ ਤਾਂ ਅੱਜ ਸਦਾ ਵਾਸਤੇ ਤੈਨੂੰ ਉਹਦੇ ਚਰਨਾਂ 'ਚ ਝੁਕਣਾ ਪਵੇਗਾ ਤੇ ਜਾਂ ਫਿਰ ਆਪਣੀ ਕਰਾਮਾਤ ਦੇ ਆਸਰੇ ਆਪਣੇ ਨਾਮ ਦਾ ਡੰਕਾ ਹੋਰ ਉੱਚਾ ਵਜਾਉਣਾ ਪਵੇਗਾ। ਔਰ ਦੋ ਗੱਲਾਂ ਉਹਨੇ ਚਿੱਤ ਵਿੱਚ ਧਾਰੀਆਂ ਕਿ ਜੇ ਆਪਣੇ ਨਾਲੋਂ ਮਾੜਾ ਹੋਇਆ ਕੋਈ ਪਹਿਲਿਆਂ ਵਰਗਾ ਤੇ ਫੇਰ ਪਲੰਘ ਉਲਟਾ ਕੇ ਆਪਣਾ ਸ਼ੌਂਕ ਪੂਰਾ ਕਰ ਲਵਾਂਗੇ, ਜੇ ਆਪਣੇ ਨਾਲੋਂ ਕੋਈ ਵੱਡਾ ਮਹਾਂਪੁਰਖ ਹੋਇਆ ਫਿਰ ਉਹਦੇ ਚਰਨਾਂ ਤੇ ਝੁਕ ਜਾਾਂਗੇ, ਕਿਉਂਕਿ ਇਹਦਾ ਜੀਵਨ ਇੱਕ ਵਗਦੇ ਦਰਿਆ ਵਰਗਾ ਹੈ ਜਿਹੜਾ ਸਮੁੰਦਰ ਦੀ ਤਲਾਸ਼ ਵਿੱਚ ਹੈ, ਇੱਕ ਜਿਗਿਆਸੂ ਵਰਗਾ ਹੈ ਜਿਹੜਾ ਮੰਜ਼ਿਲ ਦੀ ਤਲਾਸ਼ ਵਿੱਚ ਹੈ, ਔਰ ਇੱਕ ਮਹਾਂਪੁਰਖ ਵਰਗਾ ਹੈ ਜਿਹੜਾ ਆਪਣੇ ਮਾਲਕ ਦੀ ਤਲਾਸ਼ ਵਿੱਚ ਹੈ। ਇਹਨੇ ਰੁਕਣਾ ਨਹੀਂ ਸਿੱਖਿਆ। ਇੱਕ ਤੋਂ ਬਾਅਦ ਜਦ ਇਹਨੂੰ ਦੂਸਰਾ ਗੁਰੂ ਮਿਲਦਾ ਰਿਹਾ, ਇਹ ਉਹਦੇ ਕੋਲੋਂ ਵੀ ਸਿੱਖਣ ਦਾ ਯਤਨ ਕਰ ਲੈਂਦਾ ਰਿਹਾ, ਔਰ ਹਾਲੇ ਵੀ ਇਹ ਆਪਣੇ ਮੁਕਾਮ ਨੂੰ ਮੁਕਾਮ ਨਹੀਂ ਸਮਝਦਾ, ਤਾਂ ਇਹ ਧਾਰਨ ਕਰਕੇ ਮਹਾਰਾਜ ਵੱਲ ਆਉਂਦਾ ਹੈ। ਜੇ ਆਪਣਾ ਦਾ ਨਾ ਲੱਗਾ ਤੇ ਉਹਦੇ ਚਰਨਾਂ ਤੇ ਝੁਕ ਜਾਵਾਂਗੇ। ਇਤਿਹਾਸ ਕਹਿੰਦਾ ਹੈ
ਅਨੋਖੀ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ। ਇੱਕ ਪਾਸੇ ਦੀਨ ਦੁਨੀਆ ਦੇ ਮਾਲਕ ਇਤ ਬਿਦ ਕਰਤ ਤਪੱਸਿਆ ਬਾਇਓ ਦਵਾਇਤਾ ਇੱਕ ਰੂਪ ਹੈ ਗਿਓ, ਪਰਮੇਸ਼ਰ ਦੇ ਸਰਗਣ ਸਰੂਪ ਗੁਰੂ ਕਲਗੀਧਰ ਪਾਤਸ਼ਾਹ, ਤੇ ਇੱਕ ਪਾਸੇ ਜ਼ਿੰਦਗੀ ਦਾ ਲੰਮਾ ਸਮਾਂ ਤੰਤਰਾਂ ਮੰਤਰਾਂ ਤੇ ਰਿੱਧੀਆਂ ਸਿੱਧੀਆਂ ਵਿੱਚ ਅਭਿਆਸ ਕਰਨ ਵਾਲਾ ਸਾਧੂ, ਉਹ ਆਪਣਾ ਜ਼ੋਰ ਲਾ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਿਹਾ ਸੀ। ਗੁਰਦੇਵ ਪਾਤਸ਼ਾਹ ਪਲੰਘ ਤੇ ਬੈਠੇ ਨੇ ਅਡੋਲ ਚਿੱਤ, ਔਰ ਉਹਨਾਂ ਦੇ ਪੱਥੇ ਦਾ ਇੱਕ ਤੀਰ ਉਹਨਾਂ ਦੇ ਹੱਥ ਵਿੱਚ ਹੈ, ਤੇ ਉਹਨਾਂ ਦੀਆਂ ਬੁੱਲੀਆਂ ਤੇ ਨਿੱਕੀ ਨਿੱਕੀ ਮੁਸਕਰਾਹਟ ਹੈ। ਪੂਰਨਮਾਸ਼ੀ ਦੇ ਚੰਨ ਨਾਲੋਂ ਵੀ ਹਜ਼ਾਰਾਂ ਗੁਣਾ ਸੁੰਦਰਤਾ ਉਹਨਾਂ ਦੇ ਚਿਹਰੇ ਤੇ ਦਰਸ਼ਨ ਦੇ ਰਹੀ ਹੈ, ਔਰ ਇਹਦੇ ਮਾਧੋ ਦਾਸ ਦੇ ਪੈਰਾਂ ਤੱਕ ਪਸੀਨਾ ਆ ਜਾਂਦਾ ਹੈ। ਜਿੰਨੀ ਤਾਕਤ ਇਹਨੇ ਜਮਾਈ ਸੀ ਉਹਦਾ ਕੋਈ ਅਸਰ ਗੁਰਦੇਵ ਪਾਤਸ਼ਾਹ ਮਹਾਰਾਜ ਤੇ ਨਹੀਂ ਹੁੰਦਾ। ਫਿਰ ਆਪਣੀ ਅੰਤਰਾਤਮਾ ਵਿੱਚ ਵੜ ਕੇ ਕਹਿੰਦਾ, ਮਾਧੋ ਦਾਸ, ਇਹ ਤੇ ਕੋਈ ਰੱਬ ਦਾ ਰੂਪ ਤੇਰੇ ਡੇਰੇ ਆ ਗਿਆ ਹੈ, ਇਹ ਕੋਈ ਤੇਰੀ ਤਕਦੀਰ ਦਾ ਕਾਂਟਾ ਬਦਲਣ ਵਾਲਾ ਆ ਗਿਆ ਹੈ, ਇਹ ਤੇਰੀ ਬੁਝੀ ਹੋਈ ਜ਼ਿੰਦਗੀ ਵਿੱਚ ਗਿਆਨ ਦਾ ਦੀਵਾ ਜਗਾਉਣ ਵਾਸਤੇ ਆ ਗਿਆ ਹੈ, ਔਰ ਇਹ ਕੋਈ ਸੂਰਜ ਸਮਾਨ ਹੈ ਜਿਹਦੇ ਸਾਹਮਣੇ ਤੇਰੀਆਂ ਕਰਾਮਾਤਾਂ ਕੋਈ ਵੀ ਅਰਥ ਨਹੀਂ ਰੱਖਦੀਆਂ। ਇਸ ਕਰਕੇ ਇਹਦੇ ਚਰਨਾਂ ਵਿੱਚ ਸਿਰ ਝੁਕਾਉਣ ਵਿੱਚ ਹੀ ਲਾਭ ਹੈ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾ ਕੇ ਹਜ਼ੂਰ ਦੇ ਚਰਨਾਂ ਤੇ ਮੱਥਾ ਟੇਕ ਦਿੰਦਾ ਹੈ। ਮਹਾਰਾਜ ਦੀ ਕੰਡ ਉੱਤੇ ਸਰਬਲੋਹ ਦਾ ਤੀਰ ਲਾ ਕੇ ਇਹਨੂੰ ਥੋੜਾ ਜਿਹਾ ਟੁੰਮਦੇ ਨੇ, ਔਰ ਸੱਚਮੁੱਚ ਜਦ ਮਹਾਰਾਜ ਦਾ ਤੀਰ ਇਹਦੇ ਬਦਨ ਨਾਲ ਸਪਰਸ਼ ਕਰਦਾ ਹੈ ਤੇ ਇਹਦੀ ਆਤਮਾ ਉੱਤੇ ਜੰਮੀ ਹੋਈ ਹਉਮੈ ਦੀ ਮੈਲ, ਕਰਾਮਾਤ ਦੀ, ਹੰਕਾਰ ਦੀ ਮੈਲ, ਉਹ ਲੱਥ ਜਾਂਦੀ ਹੈ। ਇਹਨੂੰ ਆਪਣੇ ਆਤਮਾ ਰੂਪੀ ਦਰਪਣ ਵਿੱਚੋਂ ਉਹੀ ਤਸਵੀਰ ਦਿਸਣ ਲੱਗ ਪੈਂਦੀ ਹੈ ਜਿਹੜੀ ਸ਼ਾਹ ਤੇ ਪਲੰਘ ਉੱਤੇ ਬੈਠੀ ਤੱਕ ਰਿਹਾ ਹੁੰਦਾ ਹੈ, ਔਰ ਮਨ ਆਨੰਦ ਨਾਲ ਖਿੜ ਜਾਂਦਾ ਹੈ, ਆਤਮਾ ਸਕੂਨ ਨਾਲ ਭਰ ਜਾਂਦੀ ਹੈ, ਤਾਂ ਤਸੱਲੀ ਹੋ ਜਾਂਦੀ ਹੈ। ਯਾਦ ਰੱਖੋ, ਪੂਰੇ ਗੁਰੂ ਦੇ ਦਰਸ਼ਨਾਂ ਨਾਲ ਹੀ ਮਨੁੱਖ ਦੇ ਭਾਗ ਸਵਰ ਜਾਂਦੇ ਨੇ। ਫਿਰ ਹੌਸਲਾ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਨੂੰ ਪੁੱਛਦਾ ਹੈ, ਸੱਚੇ ਪਾਤਸ਼ਾਹ ਮਹਾਰਾਜ, ਆਪ ਕੌਣ ਹੋ? ਮਹਾਰਾਜ ਕਹਿੰਦੇ, ਉਹੀ ਜਿਸ ਨੂੰ ਤੂੰ ਜਾਣਦਾ ਹੈ। ਫਿਰ ਕਹਿੰਦਾ, ਮਹਾਰਾਜ, ਹਾਲੇ ਵੀ ਮੇਰੀ ਗੱਲ ਸਮਝ ਵਿੱਚ ਨਹੀਂ ਆਈ, ਕਿਰਪਾ ਕਰਕੇ ਦੱਸੋ ਆਪ ਜੀ ਕੌਣ ਹੋ? ਮਹਾਰਾਜ ਕਹਿੰਦੇ, ਮੈਂ ਕਿਹਾ ਨਾ ਕਿ ਤੂੰ ਜਾਣਦਾ ਹੈ। ਔਰ ਤੀਸਰੀ ਵਾਰ ਕਹਿੰਦਾ, ਹੈ ਸੱਚੇ ਪਾਤਸ਼ਾਹ, ਆਪ ਗੁਰੂ ਗੋਬਿੰਦ ਸਿੰਘ ਲੱਗਦੇ ਹੋ, ਔਰ ਆਪ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਲੱਗਦੇ ਹੋ, ਕਿਤੇ ਉਹੀ ਤੇ ਨਹੀਂ? ਮਹਾਰਾਜ ਕਹਿੰਦੇ, ਬਿਲਕੁਲ, ਹੁਣ ਤੂੰ ਸਹੀ ਟਿਕਾਣੇ ਤੇ ਪਹੁੰਚਾ ਹੈ। ਇਸ ਤੋਂ ਅਗਲਾ ਸਵਾਲ ਬੜਾ ਸੰਵੇਦਨਸ਼ੀਲ ਹੈ। ਕਹਿੰਦਾ, ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਤੇ ਆਨੰਦਪੁਰ ਦੇ ਮਾਲਕ ਹੋ, ਮੇਰੀ ਇਸ ਕੁਟੀਆ ਵਿੱਚ ਕੀ ਕਰਨ ਆਏ ਹੋ? ਤੇ ਮਹਾਰਾਜ ਦੋ ਸ਼ਬਦਾਂ ਵਿੱਚ ਇਹਨੂੰ ਆਪਣਾ ਬਣਾ ਲੈਂਦੇ ਨੇ। ਕਹਿੰਦੇ, ਤੈਨੂੰ ਅਸੀਂ ਆਪਣਾ ਬੰਦਾ ਬਣਾਉਣ ਵਾਸਤੇ ਆਏ ਹਾਂ। ਯਾਦ ਰੱਖੋ ਖਾਲਸਾ ਜੀ, ਕੇਵਲ ਮਾਂ ਦੇ ਪੇਟ ਵਿੱਚੋਂ ਜਨਮ ਲੈ ਕੇ ਸਰੀਰ ਧਾਰਨ ਕਰਕੇ, ਬੰਦਿਆਂ ਵਾਲੇ ਨੈਣ ਨਕਸ਼ ਪ੍ਰਾਪਤ ਕਰਕੇ, ਬੰਦਿਆਂ ਵਾਲੀ ਸੁੰਦਰਤਾ, ਬੰਦਿਆਂ ਵਾਲਾ ਲਿਬਾਸ ਪਾ ਕੇ ਬੰਦਾ ਨਹੀਂ ਬੰਦਾ ਬਣ ਜਾਂਦਾ। ਬੰਦਾ ਬਣਨ ਵਾਸਤੇ ਗੁਰੂ ਦੀ ਰਹਿਮਤ ਦੀ ਜ਼ਰੂਰਤ ਹੁੰਦੀ ਹੈ। ਤਾਂ ਮਹਾਰਾਜ ਕਹਿੰਦੇ, ਤੈਨੂੰ ਅਸੀਂ ਆਪਣਾ ਬੰਦਾ ਬਣਾਉਣ ਵਾਸਤੇ ਆਏ ਹਾਂ। ਇਹਨੇ ਦੋ ਟੁਕ ਜਵਾਬ ਦਿੱਤਾ। ਕਹਿੰਦਾ, ਸੱਚੇ ਪਾਤਸ਼ਾਹ ਮਹਾਰਾਜ, ਜੇ ਤੁਸੀਂ ਮੇਰੇ ਤੇ ਕਿਰਪਾ ਨਿਧਾਨ ਹੋ ਕੇ ਵਰਸ ਰਹੇ ਹੋ, ਤੇ ਮੈਂ ਵੀ ਰਿੱਧੀਆਂ ਸਿੱਧੀਆਂ ਦੀਆਂ ਆਕੜਾਂ ਛੱਡ ਕੇ ਆਪਣਾ ਆਪ ਤੁਹਾਨੂੰ ਸਿਲੰਡਰ ਕਰਕੇ ਸਮਰਪਿਤ ਕਰਕੇ ਮੈਂ ਤੁਹਾਡੇ ਬੰਦਾ ਬਣਨ ਵਾਸਤੇ ਤਿਆਰ ਹਾਂ, ਤੁਹਾਡੀ ਸਿੱਖਿਆ ਲੈਣ ਵਾਸਤੇ ਤਿਆਰ ਹੈ। ਖਾਲਸਾ ਜੀ, ਇੱਥੇ ਇੱਕ ਗੱਲ ਧਿਆਨ ਮੰਗਦੀ ਹੈ, ਉਹਦਾ ਜਪ ਸਤ, ਉਹਦੀ ਤਪੱਸਿਆ ਵਿੱਚ ਕੋਈ ਘਾਟ ਨਹੀਂ ਸੀ। ਇਹ ਠੀਕ ਹੈ, ਉਹਦੇ ਤੇ ਹਉਮੈ ਦਾ ਥੋੜਾ ਪਰਛਾਵਾਂ ਸੀ, ਪਰ ਜਿਸ ਤਰੀਕੇ ਨਾਲ ਉਹਨੇ ਪਹਿਲੀ ਹੀ ਮੁਲਾਕਾਤ ਵਿੱਚ ਆਪਣਾ ਆਪ ਗੁਰੂ ਕਲਗੀਧਰ ਪਾਤਸ਼ਾਹ ਨੂੰ ਭੇਟ ਕਰ ਦਿੱਤਾ ਹੈ, ਇਹ ਸਭ ਤੋਂ ਵੱਡੀ ਗੱਲ ਹੈ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅਜ਼ਮਤ ਨੂੰ ਤੱਕਦਿਆਂ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਦੇਣਾ ਕੋਈ ਛੋਟੀ ਗੱਲ ਨਹੀਂ। ਉਸ ਸਾਧ ਵਾਸਤੇ ਜਿਹਦੀ ਤਪੱਸਿਆ ਦੀ, ਜਿਹਦੀਆਂ ਰਿੱਧੀਆਂ ਸਿੱਧੀਆਂ ਦੀਆਂ ਧੁੰਮਾਂ ਪਿਛਲੇ 16 ਸਾਲ ਤੋਂ ਮਹਾਰਾਸ਼ਟਰ ਵਿੱਚ ਪਈਆਂ ਹੋਣ। ਗੁਰਦੇਵ ਪਾਤਸ਼ਾਹ ਕਹਿੰਦੇ, ਮਿੱਤਰਾ, ਤੂੰ ਘਰੋਂ ਤੁਰਿਆ ਸਾਂ ਮੰਜ਼ਿਲ ਪ੍ਰਾਪਤ ਕਰਨ ਵਾਸਤੇ,
ਔਰ ਇੱਕ ਮੀਲ ਪੱਥਰ ਤੋਂ ਬਾਅਦ ਤੂੰ ਦੂਜਾ ਮੀਲ ਪੱਥਰ ਲੱਭਦਾ ਰਿਹਾ ਤੇ ਵਿਸ਼ਵਾਸ ਕਰਦਾ ਰਿਹਾ ਕਿ ਹੁਣ ਮੈਂ ਮੰਜ਼ਿਲ ਤੇ ਪਹੁੰਚ ਜਾਵਾਂਗਾ ਔਰ ਇਹਦੀਆਂ ਸਦੀਆਂ ਪ੍ਰਾਪਤ ਕਰਕੇ ਤੂੰ ਇਸ ਮੰਜ਼ਿਲੇ ਮਕਸੂਦ ਨੂੰ ਆਖਰੀ ਪੜਾਅ ਸਮਝ ਲਿਆ। ਪਰ ਯਾਦ ਰੱਖ, ਇਸ ਤੋਂ ਅੱਗੇ ਵੀ ਇੱਕ ਪੜਾਅ ਹੈ। ਉਹ ਪੜਾਅ ਹੈ ਕਿਸੇ ਮਿਸ਼ਨ ਨੂੰ ਮੁੱਖ ਰੱਖ ਕੇ ਆਪਣੇ ਜੀਵਨ ਨੂੰ ਨਿਸ਼ਾਵਰ ਕਰ ਦੇਣਾ। ਰਿਧੀਆਂ ਸਦੀਆਂ ਦੀਆਂ ਦੁਨੀਆ ਵਿੱਚੋਂ ਨਿਕਲ ਕੇ ਹੁਣ ਕਰਾਮਾਤ ਤਲਵਾਰ ਦੀ ਵਾਲੀ ਉਧਰ ਨੂੰ ਆ, ਤਾਂ ਕਿ ਤੈਨੂੰ ਇਤਿਹਾਸ ਦਾ ਹੀਰੋ ਬਣਾ ਦਈਏ, ਤੈਨੂੰ ਇਤਿਹਾਸ ਦਾ ਬਹਾਦਰ ਨਾਇਕ ਬਣਾ ਦਈਏ। ਆਓ ਕਲਗੀਧਰ ਪਾਤਸ਼ਾਹ ਮਹਾਰਾਜ ਜਿਵੇਂ ਇਹਨੂੰ ਕਹਿ ਰਹੇ ਨੇ, ਜੇ ਮਿੱਤਰਾ ਸੱਚਮੁੱਚ ਬੰਦਾ ਹੈ ਤੇ ਖੰਡੇ ਬਾਟੇ ਦੀ ਅਮਰ ਦੀ ਸ਼ਕਤੀ ਪ੍ਰਾਪਤ ਕਰਕੇ ਫਿਰ ਮਰਦ ਮੈਦਾਨ ਬਣ ਕੇ ਇਹੋ ਜਿਹੇ ਕੰਮ ਕਰ ਜਾ, ਤੇਰੇ ਤੁਰ ਜਾਣ ਤੋਂ ਬਾਅਦ ਵੀ ਦੁਨੀਆ ਤੈਨੂੰ ਯਾਦ ਕਰਿਆ ਕਰੇਗੀ। ਕੀ ਕਹਿ ਰਹੇ ਮਹਾਰਾਜ, ਕਿਉਂ ਬੇਨਤੀ ਕੀਤੀ ਜਾ ਰਹੀ? ਅੱਜ ਮੇਲ ਹੋ ਗਿਆ ਕਰਮਾਂ ਦਾ, ਪਾਪੀ ਹਾਂ ਪਿਛਲੇ ਜਨਮਾਂ ਦਾ, ਗਿਆ ਚੁੱਕਿਆ ਮੇਰਾ ਪਰਮਾਂ ਦਾ, ਅਗਿਆਨੀ ਅਕਲੋਂ ਅੰਧਾ ਟਹਿ ਚਲਨੀ ਮਾਧੋ ਦਾਸ ਪਿਆ ਸਤਿਗੁਰ ਜੀ ਤੇਰਾ, ਸਤਿਗੁਰ ਜੀ ਤੇਰਾ ਬੰਦਾ। ਸਕੇ ਬਾਜਾਂ ਵਾਲੇ ਨੇ ਤੇ ਦੁਖੀਆਂ ਦੇ ਰਖਵਾਲੇ ਨੇ, ਤੇਰੇ ਠੀਕ ਨਾ ਸਾਦਾ ਚਾਲੇ ਨੇ, ਮੈਂ ਮਨ ਦੀ ਪਹਿਲਾਂ ਹਰ ਲੈ ਤੂੰ। ਜੇ ਬੰਦਿਆ ਬੰਦਾ ਰੱਬ ਦਾ ਏ ਕੰਮ ਬੰਦਿਆਂ ਵਾਲੇ, ਕੰਮ ਮਰਦਾਂ ਵਾਲੇ ਕਰ ਲੈ ਤੂੰ। ਮੇਲ ਹੋ ਗਿਆ ਕਰਮਾਂ ਦਾ, ਪਾਪੀ ਹਾਂ ਪਿਛਲੇ ਜਨਮਾਂ ਦਾ, ਗਿਆ ਚੁੱਕਿਆ ਮੇਰਾ ਪਰਮਾਂ ਦਾ, ਅਗਿਆਨੀ ਅਕਲੋਂ ਅੰਧਾ ਟਹਿ ਚਲਨੀ ਮਾਧੋ ਦਾਸ ਪਿਆ ਸਤਿਗੁਰ ਜੀ ਤੇਰਾ, ਸਤਿਗੁਰ ਜੀ ਤੇਰਾ ਬੰਦਾ। ਕੇ ਬਾਜਾਂ ਵਾਲੇ ਨੇ ਤੇ ਦੁਖੀਆਂ ਦੇ ਰਖਵਾਲੇ ਨੇ, ਤੇਰੇ ਠੀਕ ਨਾ ਸਾਦਾ ਚਾਲੇ ਨੇ, ਮੈਂ ਮਨ ਦੀ ਪਹਿਲਾਂ ਹਰ ਲੈ ਤੂੰ। ਜੇ ਬੰਦਿਆ ਬੰਦਾ ਰੱਬ ਦਾ ਏ ਕੰਮ ਬੰਦਿਆਂ ਵਾਲੇ, ਕੰਮ ਮਰਦਾਂ ਵਾਲੇ ਕਰ ਲੈ ਤੂੰ। ਗੁਰੂ ਮਿਲਿਆ ਨਾ ਅੱਗੇ ਪੂਰਾ ਜੀ, ਰਹਿ ਗਿਆ ਤਦੇ ਅਧੂਰਾ ਜੀ, ਮਨ ਤਪਦਾ ਵਾਂਗ ਤਦੂਰਾ ਜੀ, ਅਜ ਹੋ ਗਿਆ ਬਰਫੋਂ ਠੰਡਾ ਤੈ ਚਲਨੀ ਮਾਧੋ ਦਾਸ ਪਿਆ ਸਤਿਗੁਰ ਜੀ ਤੇਰਾ, ਸਤਿਗੁਰ ਜੀ ਤੇਰਾ ਬੰਦਾ। ਕਰਮਾਂ ਬਹੁਤ ਦਿਖਾਉਣਾ ਤੂੰ, ਬੜਾ ਲੋਕਾਂ ਤਾਈਂ ਡਰਾਉਣਾ ਤੂੰ, ਕੀ ਰੱਬ ਨੂੰ ਰੋਕ ਵਿਖਾਉਣਾ ਤੂੰ, ਉਸ ਮਾਲਕ ਕੋਲੋਂ ਡਰ ਲੈ ਤੂੰ। ਜੇ ਬੰਦਿਆ ਬੰਦਾ ਰੱਬ ਦਾ ਏ ਕੰਮ ਬੰਦਿਆਂ ਵਾਲੇ, ਕੰਮ ਮਰਦਾਂ ਵਾਲੇ ਕਰ ਲੈ ਤੂੰ। ਜਾਵੇ ਜੈਸੀ ਸੰਗਤ ਜੀ, ਚੜ ਜਾਂਦੀ ਉਸੀ ਰੰਗਤ ਜੀ, ਲੈ ਬੈਠੀ ਬੁਰੀਕ ਸੰਗਤ ਜੀ, ਤਦੇ ਮਾੜਾ ਕਰਦਾ ਤੰਦਾ ਟਹਿ ਚਲਨੀ ਮਾਧੋ ਦਾਸ ਪਿਆ ਸਤਿਗੁਰ ਜੀ ਤੇਰਾ, ਸਤਿਗੁਰ ਜੀ ਤੇਰਾ ਬੰਦਾ। ਕਰਮਾਤਾ ਹਲਾਉਣਾ ਪਾਰ ਨਹੀਂ, ਕੀਤਾ ਰੱਬ ਦੇ ਨਾਲ ਪਿਆਰ ਨਹੀਂ, ਗਿਆ ਦਿਲ ਵਿੱਚੋਂ ਹੰਕਾਰ ਨਹੀਂ, ਨੇਕੀ ਦੇ ਬੇੜੇ ਤਰ ਲੈ ਤੂੰ। ਜੇ ਬੰਦਿਆ ਬੰਦਾ ਰੱਬ ਦਾ ਏ ਕੰਮ ਬੰਦਿਆਂ ਵਾਲੇ, ਕੰਮ ਮਰਦਾਂ ਵਾਲੇ ਕਰ ਲੈ ਤੂੰ। ਧੂੜ ਤੇਰਿਆਂ ਚਰਨਾਂ ਦੀ ਮਿਲ ਲੱਥ ਗਈ ਜਨਮਾਂ ਜਨਮਾਂ ਦੀ, ਰੁੱਤ ਆ ਗਈ ਚੰਗਿਆਂ ਕਰਮਾਂ ਦੀ, ਸ਼ੁੱਧ ਹੋ ਗਿਆ ਫਿਰ ਕੇ ਰੰਦਾ ਤੈ ਚਰਨੀ ਮਾਧੋ ਦਾਸ ਪਿਆ ਸਤਿਗੁਰ ਜੀ ਤੇਰਾ, ਸਤਿਗੁਰ ਜੀ ਤੇਰਾ ਬੰਦਾ। ਤੈਨੂੰ ਖੰਡਿਓ ਪੌਲ ਸਕਾਉਂਦੇ ਤੈਨੂੰ ਖੰਡਿਓ ਪੌਲ ਸਕਾਉਂਦੇ ਹਾਂ, ਜਗਦਣੋਂ ਸ਼ੇਰ ਬਣਾਉਂਦੇ ਹਾਂ, ਤੈਨੂੰ ਜੰਗੀ ਸਿੰਘ ਸਜਾਉਂਦੇ ਹਾਂ, ਲੋਕ ਸਿੱਖੀ ਬਦਲੇ ਜਰ ਲੈ ਤੂੰ। ਜੇ ਬੰਦਿਆ ਬੰਦਾ ਰੱਬ ਦਾ ਏ ਕੰਮ ਬੰਦਿਆਂ ਵਾਲੇ, ਕੰਮ ਮਰਦਾਂ ਵਾਲੇ ਕਰ ਲੈ ਤੂੰ। ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ। ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲੀ ਹੀ ਗਲਵਕੜੀ ਵਿੱਚ ਇਹਨੂੰ ਆਪਣਾ ਬਣਾ ਲਿਆ ਔਰ ਇਹਦੇ ਵਿੱਚੋਂ ਉਹ ਵੇਖ ਲਿਆ ਜੋ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਚਾਹੀਦਾ ਸੀ। ਜਦ ਵੀ ਕਦੇ ਸਿੱਖ ਇਤਿਹਾਸ ਦੀ ਗੱਲ ਇਸ ਪੁਆਇੰਟ ਤੋਂ ਸ਼ੁਰੂ ਹੋਏਗੀ
ਕਿ ਖਾਲਸੇ ਦਾ ਪਹਿਲਾ ਰਾਜ ਭਾਗ ਕਿਵੇਂ ਪ੍ਰਾਪਤ ਹੋਇਆ ਤੇ ਪਹਿਲਾ ਬਾਦਸ਼ਾਹ ਕੌਣ ਸੀ। ਉਸ ਵਕਤ ਸਾਡੀਆਂ ਨਿਗਾਹਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇਸ ਇਤਿਹਾਸ ਦੇ ਅਧਿਆਇ ਉੱਤੇ ਜਾਣਗੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਝੁਕ ਕੇ ਕਹਿੰਦਾ, ਗੁਰਦੇਵ ਮੇਰੇ ਤੇ ਕਿਰਪਾ ਕਰਕੇ ਹੁਣ ਮੈਨੂੰ ਸੰਪੂਰਨ ਕਰ ਦਿਓ। ਹੁਣ ਤੁਹਾਡੇ ਮਲਾਪ ਤੋਂ ਬਾਅਦ ਮੇਰੀ ਕੋਈ ਇੱਛਾ ਅਧੂਰੀ ਨਾ ਰਹੇ। ਮਹਾਰਾਜ ਕਹਿੰਦੇ ਇਹਦੇ ਵਾਸਤੇ ਬਾਕੀ ਦੇ ਸਿੰਘਾਂ ਵਾਂਗ ਤੈਨੂੰ ਅੰਮ੍ਰਿਤ ਪਾਨ ਕਰਨਾ ਪਵੇਗਾ। ਬੇਸ਼ੱਕ ਤੇਰੇ ਵਿੱਚ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਦੀਆਂ ਤਾਕਤਾਂ ਨੇ, ਪਰ ਖੰਡੇ ਦੀ ਸ਼ਕਤੀ ਤੋਂ ਸਭ ਊਣੀਆਂ ਨੇ। ਇਸ ਕਰਕੇ ਪਹਿਲਾਂ ਖਾਲਸਾ ਪੰਥ ਦਾ ਸਿਪਾਹੀ ਬਣ, ਹਿੱਸਾ ਬਣ। ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ। ਤਿਆਰ ਕਰਨ ਵਾਲੇ ਪੰਜਾਂ ਪਿਆਰਿਆਂ ਵਿੱਚ ਵਾਲੀਏ ਕੁਲ ਆਲਮ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਖੁਦ ਲੱਗੇ ਹੋਏ ਨੇ। ਜਦ ਤਿਆਰ ਕਰਕੇ ਅੰਮ੍ਰਿਤ ਇਹਦੇ ਹੋਠਾਂ ਨੂੰ ਲਾਇਆ ਔਰ ਇਹਦੇ ਸੀਸ ਵਿੱਚ ਪਾਇਆ, ਪੰਜ ਕਕਾਰੀ ਵਰਦੀ ਦੇ ਕੇ ਇਹਨੂੰ ਸਿੰਘ ਸਜਾਇਆ ਤੇ ਇੰਜ ਲੱਗ ਰਿਹਾ ਸੀ ਜਿਵੇਂ ਇਤਿਹਾਸ ਦੇ ਮੰਚ ਉੱਤੇ ਕੋਈ ਦੁਨੀਆ ਦਾ ਮਹਾਨ ਜਰਨੈਲ ਖੜਾ ਹੋ ਗਿਆ ਹੋ। ਕਹਿਣ ਲੱਗਾ, ਸੱਚੇ ਪਾਤਸ਼ਾਹ ਮਹਾਰਾਜ ਹੁਣ ਤਾਂ ਮੇਰੇ ਅੰਦਰ ਦੀ ਆਤਮਾ ਇੰਨੀ ਜਗਮਗਾ ਗਈ ਹੈ, ਉਹਦੇ ਵਿੱਚੋਂ ਤੁਹਾਡਾ ਹੀ ਨੂਰ ਦਿਸ ਰਿਹਾ ਹੈ। ਮਹਾਰਾਜ ਕਹਿੰਦੇ ਇਹ ਸਭ ਖੰਡੇ ਦੀ ਕਰਾਮਾਤ। ਔਰ ਯਾਦ ਰੱਖੋ ਇਹਦਾ ਨਾਂ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ। ਕੱਲ ਮੈਂ ਗੱਲ ਕੀਤੀ ਸੀ ਕਿ ਸੰਤ ਜਰਨੈਲ ਸਿੰਘ ਤੇ ਬੰਦਾ ਸਿੰਘ ਬਹਾਦਰ ਦੇ ਬਹੁਤ ਸਾਰੇ ਪੱਖ ਇੱਕ ਦੂਜੇ ਨਾਲ ਮਿਲਦੇ ਨੇ। ਬਾਬਾ ਫਾਰਸੀ ਦਾ ਲਫ਼ਜ਼ ਹੈ ਜਿਹਦਾ ਅਰਥ ਹੈ ਰਾਹ ਦੱਸਣ ਵਾਲਾ, ਔਰ ਬੰਦਾ ਇਨਸਾਨੀ ਜਾਮੇ ਦਾ ਬਿੰਬ ਹੈ, ਪ੍ਰਤੀਕ ਹੈ। ਤੇ ਬਹਾਦਰ ਲਕਬ ਇਹਨੂੰ ਮਹਾਰਾਜ ਨੇ ਮੈਦਾਨੇ ਜੰਗ ਵਿੱਚ ਭੇਜਣ ਤੋਂ ਪਹਿਲਾਂ ਹੀ ਬਖਸ਼ਿਸ਼ ਕਰ ਦਿੱਤਾ, ਕਿਉਂਕਿ ਗੁਰਦੇਵ ਨੂੰ ਪਤਾ ਸੀ ਇਹਦਾ ਸਾਡੇ ਨਾਲ ਸੰਬੰਧ ਕਿੰਨੇ ਜਨਮਾਂ ਤੋਂ ਹੈ। ਇਸੇ ਤਰ੍ਹਾਂ ਸੰਤ ਇਹ ਸੱਚ ਦਾ ਸਰੂਪ ਹੈ ਤੇ ਜਰਨੈਲ ਇੱਕ ਮਹਾਂਬਲੀ ਯੋਧੇ ਦਾ ਪ੍ਰਤੀਕ ਹੈ। ਸੰਤ ਜਰਨੈਲ ਸਿੰਘ ਖਾਲਸਾ, ਇਹ ਤਿੰਨ ਲਕਬ ਇੱਕ ਸ਼ਖਸੀਅਤ ਨਾਲ ਜਦੋਂ ਜੁੜਦੇ ਨੇ ਤੇ ਉਹ ਇਤਿਹਾਸ ਨੂੰ ਇੱਕ ਨਵਾਂ ਮੋੜ ਦੇ ਦਿੰਦਾ ਹੈ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਨੇ, ਔਰ ਇਸ ਤੋਂ ਅੱਗੇ ਇਤਿਹਾਸ ਕਿਵੇਂ ਕਰਵਟ ਲੈਂਦਾ ਹੈ, ਕਿਵੇਂ ਮਹਾਰਾਜ ਨੂੰ ਪੰਥ ਦੀ ਜਥੇਦਾਰੀ ਦਿੰਦੇ ਨੇ। ਔਰ ਇਹ ਵੀ ਕਈਆਂ ਦੇ ਦਿਲ ਵਿੱਚ ਖਿਆਲ ਉਪਜਦਾ ਹੈ, ਉਸ ਵੇਲੇ ਸਤਿਗੁਰ ਕੋਲ ਪੰਜਾਂ ਪਿਆਰਿਆਂ ਚੋਂ ਦੋ ਪਿਆਰੇ ਮੌਜੂਦ ਸਨ, ਭਾਈ ਦਇਆ ਸਿੰਘ, ਧਰਮ ਸਿੰਘ, ਹੋਰ ਬਹੁਤ ਸਾਰੇ ਗੁਰੂ ਕੇ ਲਾਲ, ਜਿਨ੍ਹਾਂ ਕਈਆਂ ਜੰਗਾਂ ਵਿੱਚ ਆਪਣੀ ਤੇਗ ਦਾ ਲੋਹਾ ਮਨਵਾਇਆ ਸੀ। ਪਰ ਮਹਾਰਾਜ ਕਮਾਂਡ ਬੰਦਾ ਸਿੰਘ ਬਹਾਦਰ ਨੂੰ ਦੇਖ ਕੇ ਕਿਉਂ ਤੋਰਦੇ ਨੇ? ਏਡੀਆਂ ਵੱਡੀਆਂ ਸ਼ਕਤੀਆਂ ਉਹਨੂੰ ਕਿਉਂ ਬਖਸ਼ਿਸ਼ ਕਰ ਦਿੰਦੇ ਨੇ? ਇਹ ਕੁਝ ਚੀਜ਼ਾਂ ਨੇ ਜਿਨ੍ਹਾਂ ਨੂੰ ਡੂੰਘੀ ਨਿਗਾਹ ਨਾਲ ਇਤਿਹਾਸ ਦੀ ਅੱਖਰਾਂ ਹੀ ਵੇਖਣਾ ਪੈਂਦਾ ਹੈ। ਤੋ ਗੁਰਦੇਵ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕੱਲ ਦੇ ਇਤਿਹਾਸ ਵਿੱਚ ਕਿਵੇਂ ਉਹ ਨੰਦੇੜ ਤੋਂ ਤੁਰਦਾ ਹੈ ਤੇ ਕਿਵੇਂ ਥੋੜੇ ਜਿਹੇ ਸਮੇਂ ਵਿੱਚ ਉਹ ਖਾਲਸਾ ਰਾਜ ਦੇ ਝੰਡੇ ਝੁਲਾ ਦਿੰਦਾ ਹੈ, ਤੁਹਾਡੇ ਨਾਲ ਸਾਂਝੀ ਕਰਾਂਗੇ ਵਾਰਤਾ। ਔਰ ਨਾਲ ਨਾਲ 1984 ਬਲੂ ਸਟਾਰ ਸਾਕਾ ਨੀਲਾ ਤਾਰਾ, ਉਹਨਾਂ ਯਾਦਾਂ ਵੀ ਚੱਲ ਰਹੀਆਂ ਨੇ, ਉਹ ਵੀ ਸਾਂਝ ਪਾਵਾਂਗੇ। ਔਰ ਕੱਲ ਸਰਦਾਰ ਮਨਜੀਤ ਸਿੰਘ ਜੀ ਧਾਮੀ ਸਾਹਿਬ ਉਹ ਇਹ ਸੂਚਨਾ ਦੇ ਗਏ ਨੇ ਕਿ ਇਹ ਲਾਈਵ ਪ੍ਰੋਗਰਾਮ ਜੋ ਹੈ ਥੋੜੇ ਦਿਨਾਂ ਬਾਅਦ ਗੁਰਦੁਆਰੇ ਦੇ ਅੰਦਰੋਂ ਵੀ ਰਲੇ ਕੀਤਾ ਜਾਏਗਾ, ਚੱਲਦਾ ਰਹੇਗਾ। 10:30 ਵਜੇ ਤੋਂ 1:30 ਵਜੇ ਤੱਕ ਟਾਈਮ ਇਹੀ ਰਹੇਗਾ, ਚੈਨਲ ਵੀ ਇਹੀ ਰਹੇਗਾ, ਪੰਜਾਬੀ ਚੈਨਲ ਪੰਜਾਬੀ। ਔਰ ਤੇ ਜਿਹੜੇ ਵੀਰ ਜੀ ਇੱਥੇ ਟੀਮ ਤੇ ਕੰਮ ਕਰ ਰਹੇ ਨੇ, ਹੋ ਸਕਦਾ ਹੈ ਵੀ ਸਾਡੇ ਵਾਂਗੂ ਪੱਕੇ ਨਾਲ ਹੀ ਰਹਿਣ। ਤੋ ਇਹ ਸਾਰਾ ਪ੍ਰੋਗਰਾਮ ਫਿਰ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਦੇ ਅੰਦਰੋਂ ਤੁਸੀਂ ਵੇਖੋਗੇ। ਔਰ ਜਿੰਨਾ ਚਿਰ ਅਸੀਂ ਤੁਹਾਡੇ ਕੋਲ ਹੈ, ਕੋਈ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨਗੇ। ਔਰ ਸਾਕਾ 1984 ਉਹਨੂੰ ਵੀ ਆਪਾਂ ਪੂਰੀ ਤਰਤੀਬ ਦੇ ਕੇ ਕਿੱਥੋਂ ਗੱਲ ਤੁਰਦੀ ਹੈ ਤੇ ਕਿੱਥੇ ਜਾ ਕੇ ਮੁੱਕਦੀ ਹੈ ਉਹ ਜ਼ਰੂਰ ਤੁਹਾਡੇ ਨਾਲ ਸਾਂਝ ਪਾਵਾਂਗੇ, ਕਿਉਂਕਿ ਇਹ ਇੱਕ ਐਸਾ ਜ਼ਖਮ ਹੈ ਜਿਹੜਾ ਦਿੱਲੀ ਸਰਕਾਰ ਵੱਲੋਂ ਸਿੱਖ ਕੌਮ ਦੇ ਸੀਨੇ ਤੇ ਲੱਗਾ ਹੈ, ਦਿਲ ਉੱਤੇ ਲੱਗਾ ਹੈ। ਸੋ ਇੱਥੇ ਹੀ ਮੈਂ ਆਪਣੇ ਵਿਚਾਰਾਂ ਨੂੰ ਵਿਸ਼ਰਾਮ ਦਿੰਦਾ ਸਾਂ। ਕੱਲ ਇੱਥੋਂ ਹੀ ਫਿਰ ਆਪਾਂ ਇਤਿਹਾਸ ਸ਼ੁਰੂ ਕਰਾਂਗੇ। ਹੁਣ ਗਿਆਨੀ ਹੰਸਾ ਸਿੰਘ ਜੀ ਜਵੰਦਾ, ਪ੍ਰਸਿੱਧ ਢਾਡੀ ਜੱਥਾ, ਉਹਨਾਂ ਨਾਲ ਗਿਆਨੀ ਬੂਟਾ ਸਿੰਘ ਜੀ ਔਰ ਅਤੀ ਪ੍ਰਸਿੱਧ ਸਤਿਕਾਰਯੋਗ ਬੀਬੀ ਬਲਜੀਤ ਕੌਰ ਜੀ ਸੰਧੂ MA,
ਬੀਬੀ ਦਲਜੀਤ ਕੌਰ ਜੀ ਸੰਧੂ ਐਮਏ, ਜਿਨ੍ਹਾਂ ਨੂੰ ਮਲੇਰਕੋਟਲੇ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਕਹਿ ਕੇ ਪ੍ਰਚਾਰਕ ਖੇਤਰ ਵਿੱਚ ਸਤਿਕਾਰ ਦਿੱਤਾ ਜਾਂਦਾ ਹੈ। ਉਹ ਆਪਣੇ ਫਨ ਦਾ ਪ੍ਰਦਰਸ਼ਨ ਕਰਨਗੇ। ਉਹ ਆਪ ਜੀ ਨਾਲ ਕੋਈ ਗੁਰ ਇਤਿਹਾਸ ਦੀ ਲੜੀ ਜੋ ਵੀ ਉਹਨਾਂ ਦਾ ਪ੍ਰੋਗਰਾਮ ਹੈ ਉਹ ਸਾਂਝਾ ਕਰਨਗੇ। ਔਰ ਜਿੱਥੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵੱਲੋਂ ਰੋਜ਼ਾਨਾ ਲੰਗਰ ਪ੍ਰਸ਼ਾਦ ਚੱਲ ਰਹੇ ਨੇ, ਲੰਗਰਾਂ ਰਾਹੀਂ ਸੇਵਾ ਕੀਤੀ ਜਾ ਰਹੀ ਹੈ, ਉੱਥੇ ਇਸ ਮਾਧਿਅਮ ਰਾਹੀਂ ਗੁਰੂ ਕੇ ਸ਼ਬਦ ਦੀ ਸੇਵਾ, ਗੁਰੂ ਕੇ ਪ੍ਰਚਾਰ ਦੀ ਸੇਵਾ ਵੀ ਮੈਨੇਜਮੈਂਟ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਅਸੀਂ ਸਮੁੱਚੇ ਰੂਪ ਵਿੱਚ ਸਮੁੱਚੀ ਮੈਨੇਜਮੈਂਟ ਕਮੇਟੀ ਦੇ ਅਤੀ ਧੰਨਵਾਦੀ ਹਾਂ।